ਵਜਨ ਕੀ ਨੇ नहीं पता की है कि नहीं। मेरे बच्चे का इलाज कर दो कैंसर का मरीज है कि मैं आप दिल की अटैक होया मैं दवाई बड़ी महंगी चलती आ वड्डी गुड्डी आ 3 गुड्डियां वड्डी गुड्डी तो बोले तुरिया नहीं जाता बहुत औखे आ साडे घर कोई प्रबंध नहीं हैगा भी जिहड़ा किसी ने लिया के खा लेना ते इहदा कैंसर का इलाज होना चाहिए मैं बहुत ही तुहाडे नाल मैं ਤੁਹਾਡੀ ਰਹਿਮਤ ਹੋਊਗੀ ਰੱਬ ਬਣ ਜਾਓਗੇ ਜੇ ਮੇਰੇ ਪੁੱਤ ਦਾ ਇਲਾਜ ਹੋ ਜਾਊ ਇੰਨਾ ਕਰ ਦੋ ਤੇ ਸਾਰੀ ਉਮਰ ਨਾਲ ਮੈਂ ਗਾਉਣ ਭੁੱਲਾਂਗੀ ਤੁਹਾਡੀ ਮੈਂ ਇਹ ਬੜੇ ਗਰੀਬ ਆ ਸਿੰਘ ਪਿੰਡ ਪਰਾਗਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਬੋਲ ਰਿਹਾ ਇਹਨਾਂ ਨੂੰ ਪ੍ਰੋਬਲਮ ਹੈ ਪਹਿਲਾਂ ਇਹਨਾਂ ਦੀ ਰਸੌਲੀ ਹੋਈ ਸੀ 2005 ਦੇ ਵਿੱਚ ਉਦੋਂ ਇਹ ਡਰਾਈਵ ਕੰਮ ਕਰਦੇ ਸੀ ਉਦੋਂ ਅਸੀਂ ਆਪਰੇਸ਼ਨ ਕਰਵਾਇਆ ਸੀ 2005 ਵਿੱਚ ਕਢਵਾਈ ਫਿਰ 2015 ਵਿੱਚ ਇਹਨਾਂ ਦੇ ਰਸੌਲੀ ਹੋਈ ਕੰਨ ਦੇ ਪਿੱਛੇ ਵੀਰ ਜੀ ਹੁਣ ਫਿਰ ਇਹਨਾਂ ਦੀ ਤੀਸਰੀ ਵਾਰ ਰਸੌਲੀ ਫਿਰ ਹੋ ਚੁੱਕੀ ਹੈ ਤੇ ਉਹ ਹੁਣ ਜ਼ਖਮ ਬਣ ਚੁੱਕਾ ਵੱਡੀ ਹੋ ਚੁੱਕੀ ਰਸੌਲੀ ਫਟ ਗਈ ਅੰਦਰ ਤੇ ਹੁਣ ਸਾਡੇ ਵੀ ਇਹੀ ਕਮਾਈ ਦਾ ਇੱਕ ਕਮਾਉਣ ਵਾਲੇ ਇਹੀ ਆ ਕੋਈ ਚਾਹੁੰਦੇ ਆ ਸਾਡੇ ਕੋਲ ਕੁਛ ਨਹੀਂ ਹੈਗਾ ਪੈਸਾ ਨਾ ਤੇਲਾ ਵੀ ਸੱਚ 3 ਬੇਟੀਆਂ ਵੱਡੀ ਬੇਟੀ ਤੇ ਤੁਰਿਆ ਨਹੀਂ ਜਾਂਦਾ ਤੇ ਕਮਾਉਣ ਵਾਲਾ ਇਹੋ ਹੀ ਆ ਸਾਡੇ ਘਰ 'ਚ ਇਹਦਾ ਇਲਾਜ ਹੋਣਾ ਚਾਹੀਦਾ ਜਿੰਨਾ ਵੀ ਅਸੀਂ ਗਰੀਬ ਆ ਨਹੀਂ ਤੇ ਅਸੀਂ ਜੇ ਅਮੀਰ ਹੁੰਦੇ ਤੇ ਕਰਾ ਲੈਂਦੇ ਹੁਣ ਇਹਦਾ ਕੋਈ ਹਾਲ ਨਹੀਂਗਾ ਇਹਨੂੰ ਕੈਂਸਰ ਆ ਗਈ ਆ ਪਰ ਇਹਦਾ ਇਲਾਜ ਹੋਣਾ ਚਾਹੀਦਾ ਆਪਦੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਵੀ ਜੋ ਵੀ ਇਹਦਾ ਯੋਗਦਾਨ ਪਾ ਕੇ ਜਿੰਨੇ ਜੋਗਾ ਕੋਈ ਇਹ ਮੇਰੇ ਪੁੱਤ ਦਾ ਇਲਾਜ ਹੋਣਾ ਚਾਹੀਦਾ ਮੇਰੇ ਪਾਪਾ ਜੀ ਨੇ ਤੇ ਇਹਨਾਂ ਨੂੰ ਕੈਂਸਰ ਹੋ ਚੁੱਕੀ ਤੇ ਸੰਗਤ ਨੂੰ ਇਹ ਬੇਨਤੀ ਹੈ ਕਿ ਮੇਰੇ ਪਾਪਾ ਦਾ ਇਲਾਜ ਕਰਵਾ ਦੇਣ ਮੈਨੂੰ ਲੱਗਦੀ ਲੁੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਚਿਹਰਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਹਰਜਿੰਦਰ ਸਿੰਘ ਨਾਂ ਦਾ ਇਹ ਵੀਰ ਟਰੱਕ ਡਰਾਈਵਰ ਆ ਮਿਹਨਤਕਸ਼ ਬੰਦਾ ਸੀ ਪਰ ਵਕਤ ਨੇ ਕੁਛ ਇਦਾਂ ਦੇ ਹਾਲਾਤਾਂ 'ਚ ਖੜਾ ਕਰਤਾ ਇੱਕ ਬਿਮਾਰੀ ਜੋ ਭਿਆਨਕ ਬਿਮਾਰੀ ਸਾਡੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਲੋਕਾਂ ਨੂੰ ਖਾ ਰਹੀ ਆ ਉਹ ਬਿਮਾਰੀ ਤੋਂ ਪੀੜਤ ਹੋ ਗਿਆ ਵੀਰ ਜਿਹਨੂੰ ਕੈਂਸਰ ਕਹਿੰਦੇ ਆ ਤੇ ਕਿੰਨਾ ਸਮਾਂ ਹੋ ਗਿਆ ਹਰਜਿੰਦਰ ਤੁਹਾਨੂੰ ਪਤਾ ਲੱਗੇ ਨੂੰ ਵੀਰੇ ਇਹ ਬਿਮਾਰੀ ਲੱਗੀ ਤਾਂ ਤੈਨੂੰ 6 ਮਹੀਨੇ ਹੋ ਗਏ ਵੀਰ ਨੂੰ ਪਤਾ ਲੱਗੇ ਨੂੰ ਕੰਨ ਦੇ ਵਿੱਚੋਂ ਇਹਦੇ ਇੱਕ ਰਸੌਲੀ ਕੰਨ ਦੇ ਕੋਲੋਂ ਨਿਕਲੀ ਬਾਹਰ ਉਹ ਵੱਧਦੀ ਅੱਜ ਐਡੀ ਵੱਡੀ ਹੋ ਗਈ ਹੈ ਸਾਈਡ ਤੇ ਯਾਨੀ ਕਿ ਅਸੀਂ ਤੁਹਾਨੂੰ ਵਿਜ਼ੂਅਲ ਦਿਖਾ ਨਹੀਂ ਸਕਦੇ ਕਿੰਨੀ ਇਹਦੇ ਚੋਂ ਪਸ ਨਿਕਲਦੀ ਹੈ ਕਿੰਨੀ ਗੰਦੀ ਸਮੈਲ ਆਉਂਦੀ ਹੈ ਉਹਦੇ ਵਿੱਚੋਂ ਤੇ ਕਿੰਨੀ ਇਹ ਤਕਲੀਫ ਦੇ ਵਿੱਚ ਆ ਵੀਰ ਸਾਡਾ ਤੇ ਇਹਦੇ ਬੱਚੇ ਆ ਨਿੱਕੇ ਨਿੱਕੇ ਬੇਟੀ ਹੈ ਇਹਦੀ ਇਹ ਵੀ ਖੁਦ ਅਪਾਹਜ ਜਾਂ ਵੀਲ ਚੇਅਰ ਤੇ ਆ ਬੱਚੀ ਵੀ ਨੱਕ ਲਵੇਟ ਕੇ ਪਰਿਵਾਰ ਕੋਲੇ ਬੈਠਾ ਰਹਿੰਦਾ ਸਮੈਲ ਇੰਨੀ ਗੰਦੀ ਆਉਂਦੀ ਆ ਤੇ ਆਪਣੇ ਬਾਪ ਦੇ ਵਿੱਚੋਂ ਇਦਾਂ ਦੀ ਸਮੈਲ ਆਉਂਦੀ ਹੋਵੇ ਤੇ ਬੱਚੇ ਕਿੱਦਾਂ ਦਾ ਮਹਿਸੂਸ ਕਰਦੇ ਹੋਣਗੇ ਆਪਾਂ ਇਸ ਗੱਲ ਨੂੰ ਸਮਝ ਨਹੀਂ ਸਕਦੇ ਤੇ ਭੈਣ ਜਿਹਨੇ ਆਪਣੇ ਸੁਹਾਗ ਨੂੰ ਬਚਾਉਣ ਦੀ ਖਾਤਰ ਇੱਥੇ ਤੱਕ ਤਰਨਤਾਰਨ ਡਿਸਟ੍ਰਿਕਟ ਤੋਂ ਇੱਥੇ ਤੱਕ ਪਹੁੰਚ ਗਈ ਆਪਣੇ ਹਸਬੈਂਡ ਨੂੰ ਲੈ ਕੇ ਭੈਣ ਪਰਾਗ ਪਿੰਡ ਕਿਹੜਾ ਪਰਾਗਪੁਰ ਪਿੰਡ ਆ ਭੈਣ ਦਾ ਵੀਰ ਦਾ ਇਹਦਾ ਤੇ ਤਰਨਤਾਰਨ ਡਿਸਟ੍ਰਿਕਟ ਆ ਪੱਟੀ ਤਹਿਸੀਲ ਆ ਤੇ ਇਹ ਮਾਂ ਜਿਹੜੀ ਹੱਥ ਜੋੜੀ ਬੈਠੀ ਆ ਇਸ ਵਕਤ ਦੇ ਵਿੱਚ ਇਹ ਕੀ ਮਹਿਸੂਸ ਕਰ ਰਹੀ ਹੈ ਕੀ ਸੋਚ ਰਹੀ ਆ ਇਹ ਆਪਾਂ ਇਹਦਾ ਮਨ ਨਹੀਂ ਪੜ ਸਕਦੇ ਪਰ ਜਿਹੜੀ ਇਹਦੀ ਤਕਲੀਫ ਆ ਉਹ ਬਿਆਨ ਕਰਨ ਯੋਗ ਨਹੀਂ ਪਰ ਸਾਡੀ ਇੱਕ ਬੇਨਤੀ ਆ ਹੱਥ ਜੋੜ ਕੇ ਜੇ ਆਪਾਂ ਸਾਰੇ ਜਾਣੇ ਕਹਿੰਦੇ ਵੀ ਜਿੱਥੇ
ਇਨਸਾਨ ਹਾਰ ਜਾਂਦਾ, ਉੱਥੇ ਭਗਵਾਨ ਆ ਜਿਹੜਾ ਫਿਰ ਉਹ ਚਮਤਕਾਰ ਕਰਦਾ ਕੋਈ। ਇਹ ਵੀਰ ਦੀ ਜ਼ਿੰਦਗੀ ਦੇ ਵਿੱਚ ਚਮਤਕਾਰ ਦੀ ਲੋੜ ਆ। ਇਹ ਵੀਰ ਦੀ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੀ ਲੋੜ ਆ। ਇਸ ਟਾਈਮ ਅਸੀਂ ਡਾਕਟਰਾਂ ਨੂੰ ਵੀ ਦਿਖਾ ਕੇ ਚੈੱਕਅਪ ਵੀ ਕਰਾਇਆ ਵੀਰ ਦਾ। ਕੁਝ ਡਾਕਟਰਾਂ ਨੇ ਤਾਂ ਮਨਾ ਕਰਤਾ ਵੀ ਨਹੀਂ ਇਹ ਠੀਕ ਨਹੀਂ ਹੋ ਸਕਦਾ, ਪਰ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਹਜੇ ਆਸ ਬਾਕੀ ਆ। MRI ਕਰਾਈ ਆ, ਕੱਲ ਨੂੰ MRI ਦੀ ਰਿਪੋਰਟ ਆਉਣੀ ਆ ਇਹਦੇ ਵੀਰ ਦੀ। ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮੱਤ ਬੁੱਧੀ ਬਖਸ਼ਣ, ਬਲ ਬੁੱਧੀ ਬਖਸ਼ਣ ਵੀ ਅਸੀਂ ਇਸ ਵੀਰ ਹਰਜਿੰਦਰ ਸਿੰਘ ਦੀ ਥੋੜੀ ਜਿਹੀ ਵੀ ਮਦਦ ਕਰ ਸਕੀਏ, ਇਹਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਵੀ ਸਕੂਨ, ਤਕਲੀਫ ਰਹਿਤ ਜ਼ਿੰਦਗੀ ਬਤੀਤ ਕਰ ਸਕੇ। ਵੀਰ ਕਿੰਨੇ ਹਰਜਿੰਦਰ ਵੀਰੇ ਕੀ ਕੰਮ ਕਰਦਾ ਸੀ ਤੂੰ? ਡਰਾਈਵਰੀ। ਕਿੰਨੇ ਕੁ ਸਾਲਾਂ ਤੋਂ ਡਰਾਈਵਰੀ ਕਰਦਾ ਵੀਰੇ? ਮੈਂ 2003 ਤੋਂ। ਕਾਹਦੀ ਡਰਾਈਵਰੀ? ਟਰੱਕਾਂ ਤੇ? ਬੱਚੇ ਕੰਪਲੈਨ ਦੀ ਹਰ ਕੋਈ ਡਰਾਈਵਰ ਕੋਈ ਮਿਲ ਜੇ। ਜ਼ਿਆਦਾ ਟਰੱਕਾਂ ਤੇ ਰਿਹਾ ਜ਼ਿਆਦਾ? ਹਾਂਜੀ। ਤੇ ਵੀਰੇ ਆ ਕਦੋਂ ਹੋਇਆ ਤੇਰੇ ਪਹਿਲੀ ਵਾਰ ਜਦੋਂ ਤੂੰ ਦੱਸਦਾ ਕਰਨ ਚ ਕੀ ਗੱਲ? 2005 ਚ ਹੋਇਆ ਜੀ। 2005 ਦੇ ਵਿੱਚ ਹੋਇਆ ਸੀ? ਹਾਂਜੀ। ਠੀਕ ਆ। ਉਦੋਂ ਕੀ ਹੋਇਆ ਸੀ? ਉਦੋਂ ਕਢਵਾਤੀ ਸੀ। ਅੱਛਾ ਰਸੌਲੀ ਕਢਾ ਕਰਾ ਕੇ। ਠੀਕ ਆ। ਫਿਰ 2012 ਚ ਹੋ ਗਈ। ਓਕੇ। ਉਦੋਂ ਫਿਰ ਕਢਵਾਤੀ ਜੀ। ਠੀਕ ਹੈ ਜੀ। ਉਦੋਂ ਬਾਅਦ ਹੁਣ ਹੋ ਗਈ ਸੀ। ਹੁਣ ਕਦੋਂ ਹੋਈ ਆ? ਇਹ ਹੁਣ ਪਹਿਲਾਂ ਨਿੱਕੀ ਜੀ ਹੁੰਦੀ ਫਿਰ ਵੱਡੀ ਹੋ ਗਈ। ਕਿੰਨੇ ਕੁ ਟਾਈਮ ਚ? ਇਹ 2012 ਚ ਕਢਵਾਈ, 15 ਸ਼ੁਰੂ ਹੋ ਗਈ ਆ ਤੇ ਫਿਰ ਵੱਡੀ ਹੁੰਦੀ। 5 ਸਾਲਾਂ ਚ ਹੁਣ ਏਡੀ ਵੱਡੀ ਹੋ ਗਈ। ਹਾਂਜੀ। ਤੇ ਹੁਣ ਕਢਾ ਨਹੀਂ ਹੋਈ, ਹੁਣ ਪੈਸੇ ਹੈ ਨਹੀਂ ਸੀ? ਹਾਂਜੀ ਪੈਸੇ ਨਹੀਂ ਹੈ। ਬੱਚੇ ਕਿੰਨੇ ਵੀਰੇ ਤੇਰੇ? 3 ਜੀ। ਕੀ ਆ? 3 ਗੁੱਡੀਆਂ ਜੀ। ਇਹ ਕੁੜੀ ਵੱਡੀ ਹੈ ਸਾਰਿਆਂ ਤੋਂ? ਹਾਂਜੀ ਵੱਡੀ ਹੈ, 2008 ਦਾ ਜਨਮ ਹੈ। ਤੇ ਉਸ ਦੂਜੀਆਂ ਦੋਨੋਂ ਛੋਟੀਆਂ ਇਸ ਤੋਂ? ਹਾਂਜੀ, ਇੱਕ ਤਾਂ 11 ਦਾ, ਇੱਕ ਦਾ 15 ਦਾ। ਇੱਕ ਤਾਂ 11 ਦਾ ਵਰਤ, ਇੱਕ ਤਾਂ 15 ਦਾ, ਇਹਦਾ 2008 ਦਾ। ਹਾਂਜੀ। ਤੇਰਾ ਨਾਂ ਕੀ ਹੈ ਪੁੱਤ? ਪ੍ਰਭਜੋਤ ਕੌਰ। ਪ੍ਰਭਜੋਤ ਪੁੱਤ ਕਿਹੜੀ ਕਲਾਸ 'ਚ ਪੜ੍ਹਦੀ ਆ? 6th ਕਲਾਸ 'ਚ ਪੜ੍ਹਦੀ ਆ। ਪੁੱਤ ਤੂੰ ਪਾਪਾ ਜੀ ਵਾਸਤੇ ਅਰਦਾਸ ਕਰਦੀ ਹੁੰਦੀ ਵਾਹਿਗੁਰੂ ਅੱਗੇ? ਪਾਠ ਕਰਦੀ ਹੁੰਦੀ ਆ? ਅਰਦਾਸ ਕਰਿਆ ਕਰ ਪੁੱਤ, ਅਰਦਾਸਾਂ ਹੀ ਸੁਣਨੀਆਂ ਤੁਹਾਡੀਆਂ ਵਾਹਿਗੁਰੂ ਨੇ। ਤੇ ਇਸ ਮਾਂ ਨੂੰ ਜੋ ਤਕਲੀਫ ਆ ਉਹ ਬਿਆਨ ਕਰਨ ਯੋਗ ਨਹੀਂ, ਪਰ ਅਸੀਂ ਫਿਰ ਵੀ ਇਸ ਮਾਂ ਦੇ ਦੁੱਖ ਨੂੰ ਸਮਝਦੇ ਹਾਂ, ਇਹਦੇ ਦਰਦ ਨੂੰ ਸਮਝਦੇ ਹਾਂ। ਸਾਡੀ ਇੱਕੋ ਹੀ ਬੇਨਤੀ ਹੈ ਫਿਰ ਤੋਂ ਦੁਬਾਰਾ ਵੀ ਇਸ ਵੀਰ ਦੀ ਜ਼ਿੰਦਗੀ ਹੈ ਜਿਹੜੀ, ਉਹਨੂੰ ਥੋੜਾ ਜਿਹਾ ਵੀ ਆਪਾਂ ਸੌਖਾ ਕਰ ਸਕੀਏ, ਉਹ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਨਾਲ ਹੋ। ਭੈਣੇ ਤੁਸੀਂ ਤਾਂ ਦੇਖੋ ਸਭ ਤੋਂ ਵੱਧ ਤਕਲੀਫ ਦੇ ਵਿੱਚ ਤਾਂ ਤੁਸੀਂ ਹੋ, ਕਿਉਂਕਿ ਬੱਚੇ ਵੀ ਸੰਭਾਲ ਰਹੇ ਹੋ, ਨਾਲ ਵੀਰ ਨੂੰ ਵੀ ਇਹਨਾਂ ਹਾਲਾਤਾਂ ਦੇ ਵਿੱਚ ਸੰਭਾਲ ਰਹੇ ਹੋ। ਘਰ ਦੇ ਵਿੱਚ ਕੀ ਕਮਾਈ ਦਾ ਸਾਧਨ ਆ? ਰੋਟੀ ਪਾਣੀ ਕਿੱਦਾਂ ਚੱਲਦਾ? ਸਾਧਨ ਇਹੀ ਸੀ ਇੱਕ ਕਮਾਈ ਦਾ ਸਾਧਨ ਸਾਡੇ ਘਰ ਵਿੱਚ। ਕੋਈ ਜ਼ਮੀਨ ਜਾਇਦਾਦ ਭੈਣੇ? ਨਹੀਂ, ਜ਼ਮੀਨ ਜਾਇਦਾਦ ਕੋਈ ਨਹੀਂ ਸਾਡੇ ਕੋਲ। ਅੱਛਾ। ਹਾਂਜੀ, 3 ਮੇਰੀਆਂ ਬੇਟੀਆਂ, ਵੱਡੀ ਕੋ ਤੁਰਿਆ ਨਹੀਂ ਜਾਂਦਾ ਤੇ ਘਰ ਵਿੱਚ ਕਮਾਈ ਦੇ ਇਹੀ ਕਮਾਉਣ ਵਾਲੇ ਆ ਸਾਡੇ। ਇਹੀ ਜੋ ਕਮਾ ਕੇ ਲੈ ਕੇ ਆਉਂਦੇ ਉਹਦੇ ਨਾਲ ਚੱਲਦਾ ਕੰਮ? ਹਾਂਜੀ। ਹੁਣ ਇਦਾਂ ਭੈਣ ਭਰਾ ਹੀ ਸਾਥ ਦੇ ਕੇ। ਹਾਂਜੀ। ਜਿਹੜੇ ਆਪਰੇਸ਼ਨ ਪੂਸ਼ਨ ਜਦੋਂ ਪਹਿਲਾਂ ਕਰਾ ਲਏ ਭਲੇ ਵੇਲੇ, ਉਦੋਂ ਇਹਦੇ ਕੋਲ 4 ਪੈਸੇ ਸੀਗੇ। ਇਹ ਕੰਮ ਕਰਦੇ ਸੀ ਉਦੋਂ। ਤੇ ਬੱਚੇ ਦੂਜੇ ਪੜ੍ਹਦੇ ਆ? ਬੇਟੀਆਂ ਦੂਜੀਆਂ ਵੀ ਪੜ੍ਹਦੀਆਂ? ਹਾਂਜੀ, ਉਹ ਪੜ੍ਹਦੀਆਂ ਸਰਕਾਰੀ ਸਕੂਲ ਪੜ੍ਹਦੀਆਂ। ਸਰਕਾਰੀ ਸਕੂਲ 'ਚ ਪੜ੍ਹਦੀ? ਇਹ ਕਿੱਥੇ ਪੜ੍ਹਦੀ? ਇਹ ਵੀ ਸਰਕਾਰੀ? ਸਰਕਾਰੀ ਹਾਂਜੀ। ਤੇ ਜਾਣੀ ਕਿ ਕੋਈ ਇਨਕਮ ਦਾ ਸੋਰਸ ਕੋਈ ਨਹੀਂ? ਨਹੀਂ, ਕੋਈ ਨਹੀਂ ਹੈਗਾ। ਇਹੀ ਸਾਡੇ ਕਮਾਉਣ ਵਾਲੇ ਆ ਘਰ। ਯਾਨੀ ਕਿ ਸਾਡਾ ਸਰਕਾਰ ਵੱਲੋਂ ਤਾਂ ਪਤਾ ਹੀ ਹੈ ਜੀ, ਹੈ ਨਾ, ਸਾਰਿਆਂ ਨੂੰ ਹੀ ਪਤਾ ਵੀ ਉੱਥੋਂ ਕੁਝ ਮਿਲਣਾ ਨਹੀਂ, ਪਰ ਸਮਾਜ ਵੱਲੋਂ ਤਾਂ ਹੈਲਪ ਮਿਲਣੀ ਚਾਹੀਦੀ ਹੈ ਨਾ। ਪਿੰਡ ਵੱਲੋਂ, ਪਿੰਡ ਦੇ ਵਿੱਚ ਅਸੀਂ ਹਮੇਸ਼ਾ ਬੇਨਤੀਆਂ ਕਰਦੇ ਹਾਂ NRI ਵੀਰਾਂ ਨੂੰ ਵੀ ਜੇ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਹੀ ਨਾ ਮਦਦ ਕਰਨੀ ਸ਼ੁਰੂ ਕਰ ਦੇਵੋ, ਨਾ ਤਾਂ ਇਦਾਂ ਦੀਆਂ ਸੰਸਥਾਵਾਂ ਦੀ ਲੋੜ ਪੈਣੀ ਆ, ਤੇ ਨਾ ਇਦਾਂ ਦੇ ਹਾਲਾਤਾਂ ਦੇ ਵਿੱਚ ਹਰਜਿੰਦਰ ਸਿੰਘ ਵਰਗੇ ਵੀਰ ਐਡਾ ਨਰਕ ਭੋਗਣਗੇ। ਜੇ ਵੀਰ ਦੀ ਮਦਦ 2015 ਚ ਹੀ ਹੋ ਜਾਂਦੀ, ਜਦੋਂ ਇਹ ਵੀਰ ਦੀ ਸ਼ੁਰੂਆਤ ਹੋਈ ਸੀ ਰਸੌਲੀ ਦੀ, ਅੱਜ ਐਡੀ ਵੱਡੀ ਰਸੌਲੀ ਬਣ ਗਈ, ਪੂਰਾ ਪਰਿਵਾਰ ਇਨਫੈਕਟਡ ਹੋਇਆ ਪਿਆ। ਜਿਹੜਾ ਕੱਪੜਾ ਬੰਨ੍ਹਦੇ ਆ ਉੱਤੇ ਢੇਰ ਲੱਗ ਜਾਂਦੇ ਆ ਗੰਦੇ ਕੱਪੜਿਆਂ ਦੇ, ਪਸ ਪੈ ਜਾਂਦੀ ਹੈ ਵਿੱਚ, ਸਮੈਲ ਆਉਂਦੀ ਹੈ ਪੂਰੇ ਘਰ ਚੋਂ, ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਆ, ਕੋਈ ਨੇੜੇ ਨਹੀਂ ਲੱਗਦਾ। ਤੇ ਜੇ ਆਪੋ ਆਪਣੇ ਪਿੰਡਾਂ ਨੂੰ ਹੀ ਆਪਾਂ ਭਰਾਵੋ ਸੰਭਾਲ ਲਈਏ, ਸਾਡੀਆਂ ਭੈਣਾਂ ਨੂੰ, ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ, ਤਾਂ ਨਾ ਤਾਂ ਸਾਡੇ ਵਰਗੀਆਂ ਸੰਸਥਾਵਾਂ ਦੀ ਲੋੜ ਪਵੇ, ਨਾ ਸਾਨੂੰ ਇਸ ਤਰ੍ਹਾਂ ਪੂਰੇ ਦੁਨੀਆ ਦੇ ਸਾਹਮਣੇ ਖੜਾ ਹੋ ਕੇ ਬੇਨਤੀ ਕਰਨੀ ਪਵੇ। ਅਸੀਂ ਇਹੀ ਬੇਨਤੀ ਕਰਦੇ ਹਾਂ
ਵੀ ਆਪੋ ਆਪਣੇ ਪਿੰਡਾਂ ਦੇ ਵਿੱਚ ਆਸ-ਪਾਸ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਿਆ ਕਰੋ ਤਾਂ ਜੋ ਉਹਨਾਂ ਦੇ ਹਾਲਾਤ ਇਸ ਕਦਰ ਨਾ ਹੋਣ। ਮਾੜੇ ਦੀ ਕੋਈ ਨਹੀਂ ਕਰਦਾ, ਕੋਈ ਘਰ ਨਹੀਂ ਵੜਨ ਦਿੰਦੇ ਮਾੜੇ ਨੂੰ ਤਾਂ ਮਾਂ ਕੋਈ ਕਿਸੇ ਨੇ ਤੁਹਾਡੀ ਮਦਦ ਕੀਤੀ ਪਹਿਲਾਂ? ਨਾ ਕੋਈ ਮਦਦ ਨਹੀਂ ਕਰਦਾ। ਕਿਸੇ ਨੇ ਇਲਾਜ ਕਰਾਇਆ ਹੋਵੇ, ਕੋਈ ਸਰਕਾਰ ਵੱਲੋਂ ਮਦਦ ਮਿਲੀ ਹੋਵੇ? ਸਰਕਾਰ ਵੱਲੋਂ ਤੇ 5 ਲੱਖ ਦਾ ਕਾਰਡ ਮੈਂ ਤਰਲੇ ਧੱਕੇ ਖਾ ਕੇ ਗਏ, ਉਹ ਵੀ ਨਹੀਂ ਬਣਿਆ ਇਹਦਾ ਜਿਹੜਾ 5 ਲੱਖ ਆ ਕੈਪਟਨ ਬਣਾਉਂਦਾ ਅੱਛਾ, ਬਣਿਆ ਨਹੀਂ ਕਾਰਡ? ਉਹ ਵੀ ਨਹੀਂ ਇਹਦਾ ਬਣਿਆ। ਕੀ ਕਾਰਨ ਵੀ ਤੁਹਾਡਾ BPL ਕਾਰਡ ਬਣਿਆ ਨਹੀਂ ਸੀ? ਉਹ ਦੂਜਾ ਨੀਲਾ ਕਾਰਡ ਜਿਹਾ ਪਹਿਲਾਂ? ਨੀਲਾ ਕਾਰਡ ਨਹੀਂ ਸੀ, ਸਾਡੇ ਕਣਕ ਆਉਂਦੀ ਆ ਹੂੰ। ਤੇ ਇਹਦਾ ਨਾ ਪਹਿਲਾਂ ਬਣਾ ਬਿਠਾ ਕਾਰਡ, ਉਹ ਕਹਿੰਦੇ ਕਿਤੇ ਇਹ ਡਿਲੀਟ ਕਰਾਓ। ਮੈਂ ਡਿਲੀਟ ਕਿੱਥੇ ਜਾ ਕੇ ਕਰਾਵਾਂ? ਫਿਰ ਦੁਬਾਰਾ ਪਿੰਡ ਆ ਕਾਰਡ ਕੇ ਬਣਾਏ ਨਾ ਕਾਰਡ, ਉਹ ਕੋਈ ਗਲਤੀ ਪਾ ਗਿਆ। ਹੂੰ। ਉਹ ਜਿੱਤੋਂ ਕਾਰਡ ਬਣਾਉਣ ਜਾਈਦਾ ਉਹ ਕਹਿੰਦੇ ਉਹਨੂੰ ਲੱਭੋ, ਉਹਨੂੰ ਹੁਣ ਕਿੱਥੋਂ ਲੱਭੀਏ ਜਿੱਤੋਂ ਕਾਰਡ ਬਣਾਇਆ? ਉਹ ਕਿੱਥੋਂ ਬੰਦਾ ਲੱਭਿਆ? ਬੜੇ ਧੱਕੇ ਖਾਦੇ ਮੈਂ ਅੱਛਾ, ਬਣਿਆ ਹੀ ਨਹੀਂ। ਨਾ ਬਣਿਆ। ਤੇ ਇੱਕ ਜਿਵੇਂ ਇਹਦਾ ਇਲਾਜ ਵਾਸਤੇ 1.5 ਲੱਖ ਰੁਪਏ ਸਰਕਾਰ ਵੱਲੋਂ ਆਉਂਦਾ ਹੁੰਦਾ, ਮਿਲਦਾ ਹੁੰਦਾ ਜਦੋਂ ਆਪਰੇਸ਼ਨ ਕਰਾਉਂਦੇ ਆ, ਉਹ ਮਿਲਿਆ ਤੁਹਾਨੂੰ ਪਹਿਲੀ ਵਾਰ ਜਾਂ ਕਿਤੇ? ਨਹੀਂ, ਉਹ ਵੀ ਨਹੀਂ ਮਿਲਿਆ। ਪਹਿਲਾਂ ਜਿਹੜਾ ਟੈਸਟ ਕਰਾ ਲਏ ਇੱਦਾਂ ਕਿਸੇ ਨੇ ਹੋਰ ਪਿੰਡ 'ਚ ਕੋਈ ਇਹਨੂੰ ਘਰ ਵੀ ਨਹੀਂ ਵੜਨ ਦਿੰਦਾ ਕਿ ਪਹਿਲਾਂ ਗੱਲ ਤੇ ਕਹਿੰਦੇ ਨਹੀਂ ਇਹਨੇ ਆਣ ਕੇ ਕੁਛ ਨਾ ਕੁਛ ਮੰਗਣਾ, ਹੋਰ ਕੋਈ ਨਹੀਂ ਮਦਦ ਕਰਦਾ, ਕਿਸੇ ਨੇ ਨਹੀਂ ਕੀਤੀ ਅਜੇ ਤੱਕ। ਕੋਈ ਪਿੰਡ ਦੇ ਵਿੱਚੋਂ ਜਾਂ ਕਿਸੇ ਨੇ ਕੋਈ ਬਾਂਹ ਫੜਨ ਵਾਲਾ ਨਹੀਂ ਆਇਆ ਅੱਗੇ? ਨਾ ਕੋਈ ਨਹੀਂ ਆਇਆ। ਜ਼ਿਮੀਂਦਾਰਿਆਂ ਜੇ ਅਸੀਂ ਮੰਗਣ ਵੀ ਕਿਸੇ ਦੇ ਘਰ ਜਾਈਏ ਤੇ ਸ਼ਰਮ ਆਉਂਦੀ ਆ। ਇੱਥੇ ਤੇ ਅਸੀਂ ਆ ਤੁਹਾਡੇ ਵਾਹਿਗੁਰੂ ਦੇ ਘਰ ਆ ਗਏ। ਇਹ ਭੈਣ ਮਾਂ ਮੇਰੀ, ਇਹ ਤਾਂ ਸੰਗਤ ਦਾ ਜਿਹੜਾ ਰੂਪ ਆ ਉਹ ਵਾਹਿਗੁਰੂ ਦਾ ਰੂਪ ਆ। ਹਾਂਜੀ। ਤੇ ਜੇ ਵਾਹਿਗੁਰੂ ਤੋਂ ਮੰਗਿਆ ਤੇ ਉਹ ਪਛਤਾਉਂਦਾ ਨਹੀਂ ਦੇ ਕੇ। ਨਾ ਤੇ ਪਰ ਅੱਜ ਦੇ ਸਾਡੇ ਸਮਾਜ ਦੇ ਹਾਲਾਤ ਵਾਕਿਆ ਹੀ ਸੱਚ ਆ। ਇਹ ਮਾਂ ਸੱਚ ਦੱਸ ਰਹੀ ਆ ਵੀ ਕੋਈ ਨਹੀਂ ਭਰਾਵੋ ਖੜਦਾ ਕਿਸੇ ਨੂੰ। ਨਾ ਕੋਈ ਨਹੀਂ ਇਹ ਗੱਲ ਸੱਚ ਆ। ਮਾਂ ਕਹਿੰਦੀ ਲੋਕ ਮੂੰਹ ਪਰੇ ਨੂੰ ਕਰ ਲੈਂਦੇ ਵੀ ਕੁਝ ਮੰਗੂਗਾ, ਮੰਗੂਗਾ, ਘਰ ਨਹੀਂ ਵੜਨ ਦੇ, ਬੂਹੇ ਬੰਦ ਕਰ ਲੈਂਦੇ ਆ ਕੋਈ ਜਦੋਂ ਕਿਸੇ ਦੇ ਘਰ ਵੀ ਜਾਂਦੇ। ਤੇ ਇੱਕ ਜ਼ਿਮੀਂਦਾਰ ਹੋਣਾ ਵੀ ਸ਼ਰਾਫ ਆ ਵੀ ਜੇ ਜੱਟ ਜ਼ਿਮੀਂਦਾਰ ਬੰਦੇ ਨੂੰ ਬਿਮਾਰੀ ਨਹੀਂ ਲੱਗ ਸਕਦੀ, ਉਹ ਗਰੀਬ ਨਹੀਂ ਹੋ ਸਕਦਾ, ਉਹ ਜ਼ਮੀਨ ਰਹਿਤ ਨਹੀਂ ਹੋ ਸਕਦਾ, ਬਿਲਕੁਲ ਹੋ ਸਕਦਾ ਇਹ ਹੈ। ਪਰ ਇਹਨਾਂ ਕੋਲੇ ਮੰਗਣ ਲਈ ਉਹ ਹੱਥ ਵੀ ਹੈ ਨਹੀਂ, ਕਿਉਂਕਿ ਸਮਾਜ ਦੇ ਵਿੱਚ ਸਾਡੀ ਇੱਕ ਅਲੱਗ ਪੈਂਠ ਬਣਾਈ ਹੋਈ ਆ। ਪਰ ਉੱਥੇ ਜਿਹੜੇ ਇਦਾਂ ਦੇ ਲੋਕ ਨੇ ਵਾਕਈ ਲੋੜਵੰਦ ਨੇ, ਉਹਨਾਂ ਨੂੰ ਫਿਰ ਕੌਣ ਪੁੱਛੇ? ਉਹਨਾਂ ਦੀ ਮਦਦ ਕਿਵੇਂ ਹੋਵੇ? ਫਿਰ ਸਾਡੇ ਲਈ ਕੋਟੇ ਨਹੀਂ ਗਏ, ਸਾਡੇ ਲਈ ਕਾਰਡ ਨਹੀਂ ਬਣੇ ਹੋਏ, ਸਾਨੂੰ ਕਿਤੇ ਇਲਾਜ ਨਹੀਂ ਫ੍ਰੀ ਮਿਲਣਾ, ਤੇ ਫਿਰ ਸਰਕਾਰ ਸਾਡੀ ਕਰ ਕੀ ਰਹੀ ਆ? ਸਿਸਟਮ ਸਾਡਾ ਕਿੱਥੇ ਐਗਜ਼ਿਸਟ ਕਰਦਾ? ਬਸ ਪ੍ਰਮਾਤਮਾ ਸਾਨੂੰ ਸਮੱਤ ਬਖਸ਼ੇ, ਅਸੀਂ ਇਸ ਮਾਂ ਦੇ ਪੁੱਤ ਬਣ ਸਕੀਏ, ਇਸ ਵੀਰ ਦੇ ਭਰਾ ਬਣ ਸਕੀਏ, ਇਸ ਛੋਟੀ ਜੀ ਬੱਚੀ ਦੇ ਮਾਮੇ ਬਣ ਸਕੀਏ। ਵੀ ਇਹਨਾਂ ਦੀ ਆਸ ਆ ਜਿਹੜੀ ਇੱਥੇ ਲੈ ਕੇ ਆਏ ਨੇ ਸਾਡੇ ਕੋਲ 150 ਕਿਲੋਮੀਟਰ ਦੂਰ, ਤੇ ਉਹ ਕਿਸੇ ਤਰੀਕੇ ਪੂਰੀ ਹੋਵੇ, ਵੀਰ ਦੀ ਤਕਲੀਫ ਜਿਹੜੀ ਉਹ ਘਟ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।